Bhatinda to Bombay, Sahnewal to Switzerland, Bollywood to Bollywood, ਜਿਸ ਸ਼ੋਅ ਦੇ ਨੇ ਚਾਚੇ ਵੈਲਕਮ ਕਰਦੀ ਹੈ ਤਰਨਜੀਤ ਤੁਹਾਡਾ ਸਾਰਿਆਂ ਦਾ ਉਸੇ ਸ਼ੋਅ ਵਿੱਚ ਜਿੱਥੇ ਤੁਹਾਡੇ ਫੇਵਰਿਟ ਸਟਾਰਸ ਦੇ ਨਾਲ ਹੁੰਦੀ ਹੈ ਮੁਲਾਕਾਤ ਫੇਸ ਟੂ ਫੇਸ। ਨਾਮ ਹੈ ਇਸ ਸ਼ੋਅ ਦਾ ਪੀਟੀਸੀ ਸ਼ੋਕੇਸ ਤੇ ਅੱਜ ਪੀਟੀਸੀ ਸ਼ੋਕੇਸ ਵਿੱਚ ਮੇਰੇ ਨਾਲ ਮੌਜੂਦ ਨੇ ਵੈਰੀ ਟੈਲੈਂਟਡ ਸੁਪਰਸਟਾਰ ਆਯੁਸ਼ਮਾਨ ਖੁਰਾਨਾ ਤੇ ਐਂਡਰੀਆ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਸ਼ੋਕੇਸ ਵਿੱਚ। Thank you so much, Taran. Thank you. ਸੋ ਆਯੁਸ਼ਮਾਨ ਅਨੇਕ ਦਿਨੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਆਯੁਸ਼ਮਾਨ ਤੇ ਐਂਡਰੀਆ। ਸੋ ਬਹੁਤ ਹੀ ਇੰਪੈਕਟਫੁਲ ਟ੍ਰੇਲਰ ਹੈ ਔਰ ਟ੍ਰੇਲਰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਫਿਲਮ ਜੋ ਹੈ ਨਾਰਥ ਈਸਟ ਇੰਡੀਆ ਦੀ ਸਟੋਰੀ ਲਾਈਨ ਤੇ ਬੇਸਡ ਹੈ। ਸੋ ਕੀ ਕੁਝ ਕਹੋਗੇ ਫਿਲਮ ਵਿੱਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਐਤਕੀ ਅਸੀਂ ਕੋਸ਼ਿਸ਼ ਕੀਤੀ ਹੈ ਕੁਝ ਅਲੱਗ ਕਰਨ ਲਈ, ਵੈਸੇ ਮੈਂ ਹਰ ਵੇਲੇ ਇਹੀ ਬੋਲਦਾ Yeah. ਬਟ ਆਈ ਥਿੰਕ ਦਿਸ ਇਜ਼ ਐਕਚੁਅਲੀ ਵੈਰੀ ਡਿਫਰੈਂਟ। ਪਹਿਲੀ ਵਾਰੀ ਪੂਰਵੋਤਰ ਨਾਰਥ ਈਸਟ ਰੀਜਨ ਤੋਂ ਅਸੀਂ ਐਕਟਰਸ ਕਾਸਟ ਕੀਤੇ ਨੇ ਰਾਈਟ and she's the perfect representative from that area. She belongs to Nagaland. Exactly. ਤੇ ਪਹਿਲੀ ਵਾਰੀ ਹਿੰਦੀ ਫਿਲਮਸ ਇੰਡਸਟਰੀ ਚ ਅਸੀਂ ਸ਼ੋਕੇਸ ਕੀਤਾ ਹੈ ਉਹਨਾਂ ਦੀ ਪ੍ਰੋਬਲਮਸ ਨੂੰ, ਸਾਰੇ ਇਸ਼ੂਜ਼ ਨੂੰ। ਬਿਲਕੁਲ I think ਤੁਸੀਂ ਕਦੀ ਵੇਖਿਆ ਨਹੀਂ ਹੋਣਾ Exactly. this kind of texture in any film you've never seen before in Hindi cinema. एग्जैक्टली नहीं देखा और बहुत ही इंपैक्टफुल ट्रेलर ही इतना इंपैक्टफुल है, मतलब देख के मज़ा आ गया ट्रेलर और लग रहा है कि फिल्म जो है बहुत मीनिंगफुल होने वाली है। साथ नाल एंड्रिया भी मौजूद है। एंड्रिया तो जानना चाहेंगे फिल्म, आई थिंक यू डोंट अंडरस्टैंड पंजाबी राइट? I'm getting a little bit. I'm getting 50% of what you're saying. So फिल्म का इम्पैक्ट जो ट्रेलर है काफ़ी इंपैक्टफुल है और आपकी एक्टिंग भी बहुत इंपैक्टफुल है ट्रेलर में। सो कैसा एक्सपीरियंस रहा ओवरऑल फिल्म में आपका? It was quite a journey, you know. It was initially very challenging because I had to learn how to box and everything. Yeah. But yeah, I mean, I'm so grateful for all the skills that I've gotten, you know. And of course, I've never seen a film like this being done before, and I think it's a really big step, and I'm so grateful to be a part of it. Exactly. So it's your debut film, and that too with Ayushmann Khurrana, such a superstar. So how was the experience? It was great. I think initially I was like really nervous. I was putting a lot of pressure on myself. But you know, like since I met him from the first day, he's been really friendly. And I think like working with him, like I did not put any extra pressure on myself. Yeah. And yeah, I mean, he made sure that I was very comfortable and I felt like good on set, you know. So it was like working with a friend, I would say. ਸੋ ਆਯੁਸ਼ਮਾਨ ਖੁਰਾਨਾ ਨੇ ਹਮੇਸ਼ਾ ਵੱਖਰਾ ਹੀ ਰਾਜ ਚੁਣਿਆ ਹੈ, ਚਾਹੇ ਗੀਤਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਐਕਟਿੰਗ ਦੀ ਗੱਲ ਕੀਤੀ ਜਾਵੇ। ਇੱਕ ਤੋਂ ਵੱਧ ਕੇ ਇੱਕ ਹਿੱਟ ਫਿਲਮਾਂ ਦਿੱਤੀਆਂ ਹੈ ਔਰ ਆਰਟੀਕਲ 15 ਦੀ ਗੱਲ ਕੀਤੀ ਜਾਏ, ਬਧਾਈ ਹੋ ਦੀ ਗੱਲ ਕੀਤੀ ਜਾਏ, ਹਰ ਕਿਰਦਾਰ ਡਿਫਰੈਂਟ ਰਿਹਾ ਹੈ। ਸੋ ਹਮੇਸ਼ਾ ਅਲੱਗ ਤਰ੍ਹਾਂ ਦਾ ਕਿਰਦਾਰ ਤੁਸੀਂ ਚੁਣਿਆ ਹੈ, ਸੋ ਹਮੇਸ਼ਾ ਅਲੱਗ ਰਾਹ ਵੀ ਚੁਣਿਆ ਹੈ। ਸੋ ਸ਼ੁਰੂ ਤੋਂ ਹੀ ਇਦਾਂ ਦੇ ਹੋ ਜਾਂ ਹੁਣੀ ਤੋਂ ਇਹ ਤਬਦੀਲੀਆਂ ਅਪਣਾਈਆਂ ਤੁਸੀਂ? ਹਮੇਸ਼ਾ ਤੋਂ ਹੀ ਆਈ ਥਿੰਕ ਮੈਂ ਸਟਰੀਟ ਥੀਏਟਰ ਦਾ ਕਾਫੀ ਜ਼ਿਆਦਾ ਮੈਂ ਕੀਤਾ ਸਟਰੀਟ ਥੀਏਟਰ ਕਾਲਜ ਦੇ ਦਿਨਾਂ 'ਚ, ਤੇ ਮੈਨੂੰ ਲੱਗਦਾ ਇਹ ਮੇਰੀ ਐਕਸਟੈਂਸ਼ਨ ਹੈ ਉਹੀ ਪਰਸਨੈਲਿਟੀ ਦੀ। ਜਦ ਮੈਂ ਸਟਰੀਟ ਥੀਏਟਰ ਕਰਦੇ ਸੀ ਤਾਂ ਅਸੀਂ ਸੋਸ਼ਲ ਇਸ਼ੂਜ਼ ਨੂੰ ਜ਼ਿਆਦਾ ਹਾਈਲਾਈਟ ਕਰਦੇ ਸੀ। ਹਲੇ ਵੀ ਅਲੱਗ ਸਬਜੈਕਟਸ ਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਫੋਰਫਰੰਟਸ ਲਾਇਆ ਜਾਵੇ ਤੇ ਮੇਨ ਸਟਰੀਮ ਸਿਨੇਮਾ 'ਚ ਇਨਕਲੂਡ ਕੀਤੀ ਜਾਵੇ, ਕਿਉਂਕਿ ਮੈਂ ਬਿਲੀਵ ਕਰਦਾ ਜਦ ਤੱਕ ਸਿਨੇਮਾ ਚੇਂਜ ਨਹੀਂ ਲਾ ਸਕਦੀ ਸੋਸਾਇਟੀ 'ਚ ਤੇ ਕੋਈ ਫਾਇਦਾ ਨਹੀਂ ਸਿਨੇਮਾ ਦਾ। ਉਹ ਆਰਟਿਸਟ ਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ। ਸੋ ਆਈ ਥਿੰਕ it's inborn, मतलब inherently I get attracted to these kind of subjects. ਬਿਲਕੁਲ ਇਹ ਤੁਸੀਂ ਬਹੁਤ ਅੱਛੀ ਗੱਲ ਕਹੀ ਆਯੁਸ਼ਮਾਨ ਕਿ ਸੋਸਾਇਟੀ 'ਚ ਚੇਂਜ ਲਿਆਣਾ ਜੋ ਹੈ ਆਰਟਿਸਟ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਸੋ ਇਹ ਫਿਲਮ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਅਸੀਂ ਟ੍ਰੇਲਰ ਦੇਖਿਆ, ਸੋ ਇਹ ਫਿਲਮ ਬਿਆਨ ਜ਼ਰੂਰ ਕਰਦੀ ਹੈ ਕਿ ਸੋਸਾਇਟੀ 'ਚ ਸ਼ਾਇਦ ਕੋਈ ਚੇਂਜ ਜ਼ਰੂਰ ਆ ਪਾਏਗਾ ਇਸ ਫਿਲਮ ਦੇਖਣ ਤੋਂ ਬਾਅਦ, ਜੋ ਮੈਸੇਜ ਤੁਸੀਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ। ਐਂਡਰੀਆ ਤੁਹਾਡੀ ਗੱਲ ਕੀਤੀ ਜਾਵੇ, जैसे कि आपकी ये डेब्यू फिल्म है, सो यू बिलोंग फ्रॉम नॉर्थ ईस्ट इंडिया, सो किस एरिया से बिलोंग करते हैं आप, किस शहर से बिलोंग करते हैं? I was born and I grew up in Kohima, Nagaland. Okay. Yeah, and I was also in Shillong for 2 years. I was studying there. So when we shot in Shillong, it was pretty heartwarming for me because I felt really at home. I had a lot of friends there. So yeah. So हिंदी सिनेमा में झुकाव शुरू से ही था, जुड़ाव, या फिर अभी? No, I'm not too familiar with Hindi cinema actually because you know. Growing up, I was more exposed to like Western and you know South Korean stuff. But yeah, I'm really grateful to be here because it's you know growing up also you know in like Bollywood films, I'd never seen someone that looked like me have a major platform in the industry, you know. So yeah, to have gotten a chance to be here and to be working with Sahnewal Sinha and you know Ayushmann, you know people that are already so established, it's great. Okay, so हिंदी फर्स्ट फिल्म जो हिंदी आपने कोई देखी हो? फर्स्ट पहली हिंदी फिल्म कौन सी देखी थी? I don't कल हो ना हो maybe कल हो ना हो probably. Okay, so ਆਯੁਸ਼ਮਾਨ ਇਸ ਫਿਲਮ ਦੀ ਅਗਰ ਗੱਲ ਕੀਤੀ ਜਾਵੇ ਤੇ ਫਿਲਮ ਦੀ ਸਕ੍ਰਿਪਟ ਜਦ ਤੁਹਾਡੇ ਹੱਥ ਵਿੱਚ ਆਈ ਤੇ ਕਿਸ ਪੋਰਸ਼ਨ ਤੇ ਆ ਕੇ ਤੁਸੀਂ ਫਿਲਮ ਦੇ ਲਈ ਹਾਂ ਕਹਿ ਦਿੱਤੀ? ਜਦ ਮੈਂ ਆਰਟੀਕਲ 15 ਸ਼ੂਟ ਕਰ ਰਿਹਾ ਸੀ ਅਨੁਭਵ ਸਿਨਹਾ ਸਰ ਨਾਲ, ਅਸੀਂ ਡਿਸਕਸ ਕਰਦੇ ਰਹਿੰਦੇ ਸੀ ਡਿਫਰੈਂਟ ਸਬਜੈਕਟਸ, ਤੇ ਇਹ ਉਹ ਸਬਜੈਕਟ ਸੀ ਜਿਹੜੇ ਮੇਰੇ ਦਿਲ ਦੇ ਕਾਫੀ ਕਰੀਬ ਸੀ, ਕਿਉਂਕਿ
ਮੇਰੇ ਕਾਲਜ ਦਿਨਾਂ 'ਚ ਮੈਂ ਮੇਰੇ ਕਾਫੀ ਦੋਸਤ ਸੀਗੇ ਨਾਰਥ ਈਸਟ ਤੋਂ ਹਾਂਜੀ ਆਈ ਹੈਡ ਦਿਸ ਬੈਂਡ ਮੈਂਬਰ ਫਰਮ ਮਨੀਪੁਰ ਸਚਿਦਾਨੰਦ ਅੰਗੋਮ ਉਹ ਮੈਨੂੰ ਮਯੰਕ ਕਰਕੇ ਆਖਦਾ ਸੀ ਕਹਿੰਦੇ ਮੈਨੂੰ ਮਯੰਕ ਦਾ ਅਰਥ ਹੁੰਦਾ ਹੈ ਆਊਟਸਾਈਡਰ Okay. ਇਨ ਮਨੀਪੁਰੀ ਓਕੇ ਸੋ ਆਈ ਯੂਸਡ ਟੂ ਗੈਟ ਅਫੈਂਡ ਮੈਂ ਵਾਈ ਯੂ ਕਾਲਿੰਗ ਮੀ ਐਨ ਆਊਟਸਾਈਡਰ ਕਹਿੰਦਾ ਤੁਸੀਂ ਸਾਰੇ ਲੋਕੀ ਸਾਨੂੰ ਆਊਟਸਾਈਡਰ ਲਾਈਕ ਟ੍ਰੀਟ ਕਰਦੇ Treat ਕਰਦੇ ਹੋ ਵੀ ਆਲਸੋ ਕਾਲ ਯੂ ਆਊਟਸਾਈਡਰਸ ਸੋ ਆਈ ਵਾਸ ਰੀਲੀ ਸ਼ੌਕਡ ਦੈਟ ਟਾਈਮ ਮੈਂ ਸ਼ਾਇਦ 19 ਸਾਲ ਦਾ ਸੀ 20 ਸਾਲ ਦਾ ਸੀ ਤੇ ਬਾਅਦ 'ਚ ਮੈਂ ਜਦ ਬੰਬੇ ਆਇਆ ਆਈ ਵਾਸ ਇਨ ਟੱਚ ਵਿਦ ਲੋਟ ਆਫ ਸਟੂਡੈਂਟਸ ਐਂਡ ਲੋਟ ਆਫ ਪੀਪਲ ਫਰਮ ਨਾਰਥ ਈਸਟ ਤੇ ਅਨੁਭਵ ਸਰ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਸੇਮ ਐਕਸਪੀਰੀਅੰਸ ਸੀਗੇ ਸੋ ਇਟਸ ਲਾਈਕ ਮੋਰ ਰੀਅਲ ਲਾਈਫ ਐਕਸਪੀਰੀਐਂਸਸ ਸੋ ਉਹਨਾਂ ਨੇ ਸੋਚਿਆ ਕਿ ਇਸ ਸਬਜੈਕਟ ਤੇ ਕੁਝ ਸਕ੍ਰਿਪਟ ਲਿਖੀ ਜਾਣੀ ਚਾਹੀਦੀ ਹੈ ਐਂਡ ਇਟ ਹੈਪਨਡ ਫਾਈਨਲੀ ਅਨੁਭਵ ਸਰ ਦੀ ਤੁਸੀਂ ਗੱਲ ਕਰ ਰਹੇ ਸੀ ਅਨੁਭਵ ਸਿਨਹਾ ਦੇ ਨਾਲ ਤੁਸੀਂ ਪਹਿਲਾਂ ਵੀ ਕੀਤੀ ਆਰਟੀਕਲ 15 ਔਰ ਹੁਣ ਇਹ ਫਿਲਮ ਸੋ ਕੈਨ ਯੂ ਸ਼ੇਅਰ ਸਮ ਐਕਸਪੀਰੀਅੰਸ ਮੋਮੈਂਟਸ ਵਿਦ ਅਨੁਭਵ ਸਿਨਹਾ ਅਨੁਭਵ ਸਿਨਹਾ ਸਰ ਦੀ ਇੱਕ ਵਿਜ਼ਨ ਹੈ ਉਹਨਾਂ ਦੀ ਇੱਕ ਵੌਇਸ ਹੈ ਐਜ਼ ਅ ਡਾਇਰੈਕਟਰ ਸਪੈਸ਼ਲੀ ਮੁਲਕ ਆਰਟੀਕਲ 15 ਥੱਪੜ ਤੋਂ ਬਾਅਦ ਉਹਨਾਂ ਨੂੰ ਉਸ ਡਾਇਰੈਕਟਰ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ ਜਿਹੜੇ ਕੁਝ ਕਹਿਣਾ ਚਾਹੁੰਦੇ ਨੇ ਸੋਸਾਇਟੀ ਨੂੰ ਸਮਾਜ ਨੂੰ ਰਾਈਟ ਅਨੇਕ ਵੀ ਉਹੀ ਫਿਲਮ ਹੈ ਰਾਈਟ ਡਿਫਰੈਂਟ ਸਬਜੈਕਟ ਹੈ ਕੰਪਲੀਟਲੀ ਤੇ ਉਹਨਾਂ ਦੀ ਖਾਸੀਅਤ ਇਹ ਹੈ ਕਿ ਐਕਟਰਸ ਤੋਂ ਨਾ ਕੁਝ ਡਿਫਰੈਂਟ ਐਕਸਟ੍ਰੈਕਟ ਕਰਨਾ ਚਾਹੁੰਦੇ ਹੈ ਰਾਈਟ every single time. I think Jeremy Luke in Anek, I think only he could imagine me as an undercover cop. ਬਿਲਕੁਲ ਬਿਲਕੁਲ ਐਂਡਰੀਆ ਤੁਹਾਡੇ ਤੋਂ ਜਾਨਣਾ ਚਾਹਾਂਗੇ ਅਨੁਭਵ ਸਿਨਹਾ ਸਰ ਦੀ ਪਹਿਲੀ ਚੋਇਸ ਦ ਫਰਸਟ ਚੋਇਸ ਇਟ ਵਾਸ ਯੂ ਓਨਲੀ Yes, I think he came across a picture of mine for Okay. and he I didn't actually even audition for the role. Saw my picture and then he decided to cast me that he wanted me to play the role of Ido and I coincidentally happened to be in the same city, so that's how it went on. ਆਯੁਸ਼ਮਾਨ ਤੁਹਾਡੇ ਤੋਂ ਜਾਨਣਾ ਚਾਹਾਂਗੇ ਜਿਵੇਂ ਕਿ ਬਚਪਨ 'ਚ ਅਸੀਂ ਦੇਖਦੇ ਹਾਂ ਕਿ ਬੱਚੇ ਜੋ ਹੈ ਪੁਲਿਸ ਖੇਲਦੇ ਆ ਔਰ ਉਹਨਾਂ ਨੂੰ ਕਾਫੀ ਸ਼ੌਕ ਵੀ ਹੁੰਦਾ ਬਚਪਨ 'ਚ ਖੇਲਣ ਦਾ ਉਸ ਤੋਂ ਬਾਅਦ ਚਲੋ ਰੀਅਲ ਲਾਈਫ 'ਚ ਨਾ ਸਹੀ ਲੇਕਿਨ ਰੀਅਲ ਲਾਈਫ ਤੁਸੀਂ ਇੱਕ ਪੁਲਿਸ ਅਫਸਰ ਬਣੀ ਗਏ ਪਹਿਲਾਂ ਆਰਟੀਕਲ 15 ਤੁਸੀਂ ਬਤੌਰ ਆਈਪੀਐਸ ਅਫਸਰ ਬਹੁਤ ਅੱਛਾ ਕਿਰਦਾਰ ਨਿਭਾਇਆ ਤੇ ਹੁਣ ਇਸ ਫਿਲਮ ਵਿੱਚ ਦੀ ਗੱਲ ਕੀਤੀ ਜਾਵੇ ਤੇ ਇਸ ਫਿਲਮ ਵਿੱਚ ਵੀ ਤੁਹਾਡਾ ਜੋ ਕਿਰਦਾਰ ਹੈ ਅੰਡਰ ਕਵਰ ਦਾ ਹੈ ਔਰ ਬਹੁਤ ਹੀ ਖਾਸ ਕਿਰਦਾਰ ਤੁਸੀਂ ਨਿਭਾਇਆ ਹੈ ਸੋ ਇਸ ਕਿਰਦਾਰ ਦੇ ਬਾਰੇ ਅਗਰ ਜਾਨਣਾ ਚਾਹੀਏ ਤਾਂ ਕਿਵੇਂ ਦਾ ਐਕਸਪੀਰੀਅੰਸ ਸੀਗਾ ਔਰ ਆਯੁਸ਼ਮਾਨ ਨੇ ਇਸ ਕਿਰਦਾਰ ਨੂੰ ਕਿਵੇਂ ਜੀਆ ਹੈ ਐਤਕੀ ਵੀ ਆਈਪੀਐਸ ਆਫਿਸਰ ਹੀ ਹਾਂ ਮੈਂ ਬਿਲਕੁਲ ਅੰਡਰਕਵਰ ਕਾਪ ਅਸਲੀ ਨਾਂ ਉਹਦਾ ਅਮਨ ਹੈ Okay. ਬਟ ਅੰਡਰਕਵਰ ਨਾਂ ਉਹਦਾ ਹੈ ਜੋਸ਼ੂਆ ਰਾਈਟ ਤੇ ਉਹਦੇ ਮਾਈਂਡ 'ਚ ਕੌਨਫਲਿਕਟ ਰਹਿੰਦੀ ਹੈ ਕਿ ਉਹਨੂੰ ਪ੍ਰੋਟੋਕਾਲ ਫੋਲੋ ਕਰਨੇ ਚਾਹੀਦੇ ਆਪਣੇ ਸੀਨੀਅਰਸ ਦੇ ਜਾਂ ਫਿਰ ਆਪਣੀ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਹੈ ਜਾਂ ਫਿਰ ਲੋਕਲਸ ਨਾਲ ਰਹਿ ਕੇ ਕੁਝ ਕਰਨਾ ਚਾਹੀਦਾ ਉਹਨਾਂ ਦੇ ਨਾਲ ਸੋ ਇਟਸ ਅ ਵੈਰੀ ਕਨਫਲਿਕਟਡ ਕੈਰੈਕਟਰ Okay. ਫॉर ਮੀ ਐਂਡ ਆਲਸੋ ਵੈਰੀ ਡਿਫਿਕਲਟ ਵਨ ਬਟ ਉਹ ਕਾਫੀ ਡਿਫਰੈਂਟ ਵੀ ਹੈ ਅਗਰ ਤੁਸੀਂ ਮੇਰੇ ਪੁਰਾਣੀ ਫਿਲਮਾਂ ਵੇਖੋ ਤਾਂ ਮੋਸਟ ਆਫ ਦਾ ਟਾਈਮਸ ਮੇਰਾ ਵਲਨਰੇਬਲ ਕੈਰੈਕਟਰ ਹੁੰਦਾ ਹੈ ਐਤਕੀ ਮੇਰਾ ਕੈਰੈਕਟਰ ਥੋੜਾ ਕਾਮ ਹੈ ਕੰਪੋਜ਼ਡ ਹੈ ਬੋਡੀ ਲੈਂਗੁਏਜ ਵੱਖਰੀ ਹੈ ਫਿਜ਼ੀਕੈਲਿਟੀ ਡਿਫਰੈਂਟ ਹੈ ਤੋ ਆਈ ਥਿੰਕ ਓਵਰਆਲ ਇਟਸ ਅ ਵੈਰੀ ਡਿਫਰੈਂਟ ਪਰਸੋਨਾ ਔਨ ਸਕਰੀਨ ਡਿਫਰੈਂਟ ਪਰਸਨ ਔਨ ਸਕਰੀਨ ਆਯੁਸ਼ਮਾਨ ਹਰ ਕਿਸੇ ਦੇ ਲਾਈਫ 'ਚ ਹਰ ਬੰਦੇ ਦੀ ਲਾਈਫ 'ਚ ਇੱਕ ਚੀਜ਼ ਹੁੰਦੀ ਹੈ ਇੱਕ ਅਜਿਹੀ ਚੀਜ਼ ਹੁੰਦੀ ਹੈ ਜੋ ਉਸ ਨੂੰ ਕਿੱਕ ਦਿੰਦੀ ਹੈ ਸੋ ਆਯੁਸ਼ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤੇ ਉਹ ਕਿਹੜੀ ਉਹ ਚੀਜ਼ ਹੈ ਜੋ ਕਿੱਕ ਦਾ ਕੰਮ ਕਰਦੀ ਹੈ ਕੁਝ ਹਮੇਸ਼ਾ ਮੈਂ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕਰਦਾ ਓਕੇ ਫਿਲਮਾਂ ਦੇ ਜ਼ਰੀਏ ਮੈਨੂੰ ਲੱਗਦਾ ਹੈ ਕਿ ਉਹ ਅਟੈਂਪਟ ਜਿਹੜਾ ਹੈ ਉਹ ਫਰਸਟ ਅਟੈਂਪਟ ਹੋਣਾ ਚਾਹੀਦਾ ਇਨ ਹਿੰਦੀ ਸਿਨੇਮਾ ਉਸ ਸਬਜੈਕਟ ਨੂੰ ਲੈ ਕੇ ਉਹ ਮੈਨੂੰ ਕਿੱਕ ਦਿੰਦੀ ਹੈ ਹਮੇਸ਼ਾ ਮੈਂ ਚਾਹੁੰਦਾ ਕਿ ਜਦ ਮੈਂ ਆਪਣੀ ਫਿਲਮਾਂ ਨੂੰ 20 ਜਾਂ 25 ਸਾਲਾਂ ਬਾਅਦ ਵੇਖਾਂ ਵਾਪਸ ਮੁੜ ਕੇ ਤੇ ਇਟ ਸ਼ੁੱਡ ਹੈਵ ਦੈਟ ਸ਼ੈਲਫ ਲਾਈਫ ਐਗਜ਼ੈਕਟਲੀ ਇਟ ਸ਼ੁੱਡ ਏਜ ਵੈਲ It should age well. And Andrea, same question over to you. According to you, what's your kick factor? You know, for me, because this film also just happened by chance, like I wouldn't know how to answer this question, but I'm more of a very like lucky, happy-go-lucky person. So I'm just like taking it one day at a time, and we'll just see how it goes. Ayushman, such a tremendous actor you are. ਤੁਹਾਡੀ ਗੱਲ ਕੀਤੀ ਜਾਏ ਫਿਲਮਾਂ ਦੀ ਗੱਲ ਕੀਤੀ ਜਾਏ ਬਧਾਈ ਹੋ ਦੀ ਗੱਲ ਕਰੀਏ ਅੰਧਾਧੁੰਦ ਦੀ ਗੱਲ ਕਰੀਏ और दम लगा के हिशाक मतलब सारी फिल्में सुपर डुपर हिट लिया मतलब अगर मैं लिस्ट गिनवाऊँ तो बहुत लंबी लिस्ट है और हर फिल्म में थोड़ा किरदार एकदम डिफरेंट होता है इस फिल्म की गल की जाए एक्टिंग तो लैके लुक तक और फिजिक तक के लिए तुसी किस तरीके दे नाल तैयारी की है ਮੇਰੀ ਪਿਛਲੀ ਫਿਲਮ ਚੰਡੀਗੜ੍ਹ ਕਰਿਆਸ਼ ਕੀ ਆਈ ਥਿੰਕ ਮੈਂ ਕਾਫੀ ਮਿਹਨਤ ਕੀਤੀ ਸੀ ਆਪਣੀ ਬੋਡੀ ਤੇ ਆਫਟਰ ਇਮੀਡੀਏਟਲੀ ਆਫਟਰ ਦੈਟ ਅਸੀਂ ਸ਼ੂਟ ਕੀਤੀ ਅਨੇਕ ਤੇ ਉਹ ਬੋਡੀ ਇੱਥੇ ਕੰਮ ਆ ਗਈ ਬੇਸਿਕਲੀ ਹੇਅਰ ਸਟਾਈਲ ਚੇਂਜ ਕੀਤਾ ਸੀ ਅਨੁਭਵ ਸਰ ਵਾਂਟਡ ਦੈਟ ਆਈ ਸ਼ੁੱਡ ਹੈਵ ਲਾਈਕ ਸ਼ਾਰਟ ਕ੍ਰੌਪ ਸੋ ਦੈਟ ਇਟਸ ਮੋਰ ਅਲਫਾ ਫੋਰਸਸ ਦੇ ਨਾਲ ਥੋੜਾ ਮੇਲ ਖਾਂਦੀ ਹੈ ਬਿਲਕੁਲ ਲੁੱਕ ਸੇ ਆਈ ਗੈਸ ਤੋ ਇਟ ਵਾਸ ਹਿਸ ਵਿਜ਼ਨ ਬੇਸਿਕਲੀ ਐਂਡ ਰਿਕੁਆਇਰਮੈਂਟ ਵੀ ਸੀਗੀ ਕੈਰੈਕਟਰਲੀ requirements the character and what about you
I am not a professional boxer, and I had to play a boxer in the film, so I had to learn how to do that, and of course, I had to look the part also. And yeah, of course, my Hindi. I'm from Nagaland, so I wasn't too familiar with the language, so I had to work on that. So yeah, I had to work on a lot of skills, but I'm really grateful that I got to do those things. Okay, so and what about the toughest scene in the movie? The toughest scene was probably there was one romantic scene which I just could not nail because, I mean, I think we had to do like 20 retakes of that scene because I was just so nervous because I could not flirt. It was really funny, but yeah, in the end I managed to do it. So. And Ayushman, what about you? Any toughest scene? Nothing actually. I really enjoyed working on this film. Okay. ਮੈਨੂੰ ਲੱਗਦਾ ਜਿੰਨਾ ਟਫ ਹੁੰਦਾ ਉਹਨਾਂ ਮਜ਼ਾ ਆਉਂਦਾ ਹੈ. ਉਹਨਾਂ ਮਜ਼ਾ ਆਉਂਦਾ ਔਰ ਹਾਂਜੀ, ਆਈ ਥਿੰਕ ਹਾਂਜੀ। ਤੁਹਾਨੂੰ ਟੇਕ ਲੈਣੇ ਨਹੀਂ ਪਏ ਹੋਣੇ ਜ਼ਿਆਦਾ ਇਸ It really depends. I think ਕਾਫੀ ਲੋਕੀ ਸੋਚਦੇ ਹੋਣੇ ਕਿ ਜਿੰਨੇ ਟੇਕ ਲੈਂਦੇ ਐਕਟਰ ਉਹਨਾਂ ਮਾੜਾ ਹੈ ਬਟ ਇਹਦੀ ਕੋਈ ਗੱਲ ਨਹੀਂ ਇੱਦਾਂ ਹੁੰਦੀ. ਕੁਛ ਨਹੀਂ ਹੈ। It really whatever comes across on camera ਤੁਸੀਂ ਇੱਕ ਟੇਕ ਨਾਲ ਕਰੋ ਜਾਂ 10 ਟੇਕ ਲੈ ਲਓ, it should look good. It should look Yeah. good. Exactly. ਅਨੇਕ ਦੀ ਅਗਰ ਗੱਲ ਕੀਤੀ ਜਾਵੇ ਆਯੁਸ਼ਮਾਨ ਤੇ ਅਗਰ 5 ਵਰਡਸ ਇਸ ਨੂੰ ਡਿਸਕ੍ਰਾਈਬ ਕਰਨਾ ਹੋਵੇ ਕਿਹੜੇ ਉਹ 5 ਵਰਡਸ ਹੈ ਜਿਸ ਨਾਲ ਤੁਸੀਂ ਫਿਲਮ ਅਨੇਕ ਨੂੰ ਡਿਸਕ੍ਰਾਈਬ ਕਰੋਗੇ? Inclusivity, concept driven, political awareness, social awareness, and engaging. Engaging. Yeah. And what about you? I think I couldn't have said it better. तो एक सवाल ये है एंड्रिया, अगर बात करें हिंदी सिनेमा की तो वो रिप्रेजेंटेशन जो है नॉर्थ ईस्ट की लड़कियों को नहीं मिल पाता है हिंदी सिनेमा में, सो इस पर आपका क्या कहना है? In the past, looking at how the industry has been going, I think there has been improvement, but I feel like there is still a lot of room to grow. And even when there is representation, it's often misrepresented, and the actors from the northeastern region are often made to play the same roles over and over again. But I hope with a film like Anek, it will open doors, and hopefully broaden the horizon for inclusivity and, cast actors that look different solely for the factor of their talent. So you think that this film will change the thought process of the people? Yes, I hope so. That's what we're hoping for. But I think the film has a very strong message, and people take the time to educate and sensitize themselves on these issues. ਬਿਲਕੁਲ ਆਯੁਸ਼ਮਾਨ, ਸੱਚ ਕਹਿਣ ਦੇ ਲਈ ਹਿੰਮਤ ਚਾਹੀਦੀ ਹੁੰਦੀ ਹੈ, ਸੋ ਇਸ ਸੱਚ ਨੂੰ ਵੱਡੇ ਪਰਦੇ ਤੇ ਇਨੀ ਨਿਡਰਤਾ ਦੇ ਨਾਲ ਦਿਖਾਉਣ ਦੀ ਹਿੰਮਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਕਿੱਥੋਂ ਮਿਲੀ? ਮੇਰਾ ਸਾਰਾ ਕਰੀਅਰ ਜਿਹੜਾ ਹੈ ਨਾ ਉਹ ਹਿੰਮਤ ਨਾਲ ਹੀ ਆਇਆ ਹੈ. ਵਿਦਆਊਟ ਰਿਸਕ ਟੇਕਿੰਗ ਮੇਰਾ ਕਰੀਅਰ ਬਣ ਹੀ ਨਹੀਂ ਸਕਦਾ ਸੀ. ਓਕੇ, ਸੋ ਆਈ ਥਿੰਕ ਰਿਸਕ ਟੇਕਿੰਗ ਇਜ਼ ਪਾਰਟ ਆਫ ਮਾਈ ਕਰੀਅਰ ਐਂਡ ਵਿਦ ਅ ਡਾਇਰੈਕਟਰ ਲਾਈਕ ਅਨੁਭਵ ਸਿਨਹਾ, ਉਹਨਾਂ ਨੂੰ ਜ਼ਿਆਦਾ ਨੌਲੇਜ ਹੈ, ਇਨ ਡੈਪਥ ਨੌਲੇਜ ਅਬਾਊਟ ਸੋਸ਼ਲ ਇਸ਼ੂਜ਼, ਪੋਲੀਟੀਕਲ ਇਸ਼ੂਜ਼. ਇਸ ਸਬਜੈਕਟ ਨਾਲ ਆਈ ਥਿੰਕ ਉਹੀ ਡਾਇਰੈਕਟਰ ਬਿਲਕੁਲ ਠੀਕ ਹੁੰਦੇ ਜਿਨ੍ਹਾਂ ਨੂੰ ਨੌਲੇਜ ਹੈਗੀ. ਬਿਲਕੁਲ. ਐਂਡ ਹੀ ਇਜ਼ ਵੈਰੀ ਅਵੇਅਰ ਐਜ਼ ਅ ਪਰਸਨ. ਐਗਜ਼ੈਕਟਲੀ. ਸੋ ਆਈ ਥਿੰਕ ਹੀ ਇਜ਼ ਐਪਟ ਫॉर ਦਿਸ, ਐਂਡ ਹਿੰਮਤ ਤਾਂ ਆਈ ਥਿੰਕ ਐਜ਼ ਐਨ ਆਰਟਿਸਟ ਤੁਹਾਨੂੰ ਮਿਲਦੀ ਹੈ. ਲਾਈਕ ਇਨ ਰੀਅਲ ਲਾਈਫ ਪ੍ਰੋਬੇਬਲੀ ਮੈਂ ਨॉन ਕਨਫਰੰਟੇਸ਼ਨਲ ਹਾਂ ਐਜ਼ ਅ ਪਰਸਨ, ਐਜ਼ ਅ ਹਿਊਮਨ ਬੀਇੰਗ, ਬਟ ਐਜ਼ ਐਨ ਆਰਟਿਸਟ, ਐਜ਼ ਅ ਕਲਾਕਾਰ ਮੈਂ ਬਹੁਤ ਜ਼ਿਆਦਾ ਕਨਫਰੰਟੇਸ਼ਨਲ ਹਾਂ. ਔਰ ਵੈਸੇ ਹਿੰਮਤ ਦੀ ਗੱਲ ਕੀਤੀ ਜਾਏ ਤਾਂ ਇੱਕ ਤੋਂ ਬਾਅਦ ਇੱਕ ਫਿਲਮਾਂ ਜਦ ਹਿੱਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ ਤੇ ਹਿੰਮਤ ਆਪ ਹੀ ਆ ਜਾਂਦੀ ਹੈ. ਸੋ ਰਿਸਕ ਦੀ ਤੁਸੀਂ ਗੱਲ ਕੀਤੀ ਹੈ, ਲਾਈਫ ਤੁਸੀਂ ਰਿਸਕ ਕਿਹਾ ਕਿ ਤੁਸੀਂ ਹਰ ਵਾਰ ਰਿਸਕ ਲਿਆ ਹੈ, ਤਾਂ ਕਿਵੇਂ ਦਾ ਰਿਸਕ ਲਿਆ ਹੈ? ਮਤਲਬ ਦੇਖੋ ਸਿੰਗਿੰਗ ਤੁਸੀਂ ਕਮਾਲ ਦੀ ਕਰਦੇ ਹੋ, ਐਕਟਿੰਗ ਤੁਸੀਂ ਕਮਾਲ ਦੀ ਕਰਦੇ ਹੋ, ਸੋ ਰਿਸਕ ਸਿੰਗਿੰਗ ਲਈ, ਐਕਟਿੰਗ ਲਈ, ਜਾਂ ਕਿਸ ਤਰ੍ਹਾਂ ਦਾ ਰਿਸਕ? ਪਹਿਲੀ ਗੱਲ ਤਾਂ ਇਹ ਹੈ, ਜਦ ਤੁਸੀਂ ਸੋਚਦੇ ਹੋ ਤੁਸੀਂ ਐਕਟਰ ਬਣਨਾ, ਉਹ ਲਾਈਫ ਦਾ ਸਭ ਤੋਂ ਵੱਡਾ ਰਿਸਕ ਹੈ. ਓਕੇ. ਕਲਾਕਾਰ ਹੋਣਾ ਹੀ ਲਾਈਫ ਦਾ ਸਭ ਤੋਂ ਵੱਡਾ ਰਿਸਕ ਹੈ. ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਫਿਲਮਾਂ ਮੈਂ ਚੁਣੀਆਂ ਨੇ, ਆਈ ਥਿੰਕ ਉਹ ਕੰਪਲੀਟਲੀ ਆਊਟ ਆਫ ਸਿਲੇਬਸ ਨੇ ਫਰਮ ਟਿਪੀਕਲ ਕਮਰਸ਼ੀਅਲ ਸਿਨੇਮਾ. ਬਿਲਕੁਲ. ਜਿਸ ਤਰ੍ਹਾਂ ਦੇ ਸਬਜੈਕਟਸ ਮੈਂ ਚੂਜ਼ ਕੀਤੇ ਨੇ, ਆਈ ਥਿੰਕ ਦੇ ਵਰ ਨੈਵਰ ਥੌਟ ਕਿ ਉਹ ਸਬਜੈਕਟਸ ਹਿੱਟ ਹੋਣਗੇ. ਬਿਲਕੁਲ. ਸੋ ਆਈ ਗੈਸ ਇਟ ਵਾਜ਼ ਆਲਸੋ ਪਬਲਿਕਸ ਚੇਂਜ ਇਨ ਪਰਸੈਪਸ਼ਨ. ਉਹਨਾਂ ਨੂੰ ਲੱਗਦਾ ਕਿ ਪਬਲਿਕ ਜ਼ਿਆਦਾ ਮੈਚੁਰ ਹੋਈ ਹੈ. ਆਡੀਅנס ਨੂੰ ਆਈ ਥਿੰਕ ਇਹ ਕ੍ਰੈਡਿਟ ਮੈਂ ਦੇਣਾ ਚਾਹੁੰਦਾ ਕਿ ਤੁਹਾਡੀ ਸੋਚ ਵੱਡੀ ਹੋਈ ਹੈ, ਤੁਸੀਂ ਇਸ ਤਰ੍ਹਾਂ ਦੀ ਫਿਲਮਾਂ ਨੂੰ ਐਕਸੈਪਟ ਕਰਨਾ ਸ਼ੁਰੂ ਕੀਤਾ. ਬਿਲਕੁਲ ਇਸ ਤਰ੍ਹਾਂ ਦੀ ਫਿਲਮਾਂ ਨੂੰ ਐਕਸੈਪਟ ਕੀਤਾ. ਔਰ ਵੈਸੇ ਵੀ ਆਯੁਸ਼ਮਾਨ ਤੁਹਾਡੀ ਹਰ ਫਿਲਮ ਵਾਕਈ ਕਾਫੀ ਡਿਫਰੈਂਟ ਰਹੀ ਹੈ. ਫਿਲਮ ਅੰਧਾਧੁਨ, ਇਟ ਵਾਸ ਟ੍ਰੈਮੈਂਡਸ, ਨੈਸ਼ਨਲ ਫਿਲਮ ਅਵਾਰਡ ਵੀ ਤੁਹਾਨੂੰ ਮਿਲਿਆ, ਔਰ ਕਈ ਸਾਰੇ ਫਿਲਮਫੇਅਰ ਅਵਾਰਡ ਵੀ ਤੁਸੀਂ ਕਈ ਫਿਲਮਾਂ 'ਚ ਹਾਸਿਲ ਕੀਤੇ ਹੈ. ਪੰਜਾਬੀ ਦੀ ਥੋੜੀ ਜਿਹੀ ਗੱਲ ਕਰ ਲਈਏ, ਪੰਜਾਬੀ की थोड़ी सी बात कर लें हम. Okay. Can you speak a bit Punjabi? Should I repeat what you're saying? I'm just saying, can you speak? Oh no, I cannot. You can say kidda. Can you say kidda? Kidda. 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 That's all I can say. Say sat sri akal. Sorry? Sat sri akal. Sat sri akal. Oh, you speak so well. Sat sri akal. Yeah.
ਸੋ ਪੰਜਾਬੀ ਸਲੈਂਗ ਦੀ ਹੁਣ ਪੰਜਾਬੀ ਦੀ ਗੱਲ ਹੋ ਹੀ ਰਹੀ ਹੈ, ਪੀਟੀਸੀ ਪੰਜਾਬੀ ਤੇ ਤੁਸੀਂ ਸਾਡੇ ਨਾਲ ਬੈਠੇ ਹੋ ਤੇ ਪੰਜਾਬੀ ਸਲੈਂਗ ਦੀ ਆਯੁਸ਼ਮਾਨ ਜੇਕਰ ਗੱਲ ਕੀਤੀ ਜਾਵੇ ਤੇ ਤੁਹਾਡਾ ਕਿਹੜਾ ਫੇਵਰਿਟ ਪੰਜਾਬੀ ਸਲੈਂਗ ਹੈ? ਕੈਂਟ, ਸਵੈਗ, ਗੱਭਰੂ, ਗੇੜੀ ਜਾਂ ਫਿਰ ਕਿੱਦਾਂ? I think Kidda is best. I think it's very cute. Okay. Kidda. Kidda is good. Okay. आयुष्मान मूवी रेडी टू रिलीज है, सो दिल 'ਚ ਫਿਲਹਾਲ ਕੀ ਚੱਲ ਰਿਹਾ ਹੈ? ਜਿਵੇਂ ਤੁਹਾਨੂੰ ਫੀਲ ਹੁੰਦਾ ਨਾ ਬੋਰਡਸ ਦੇ ਐਗਜ਼ਾਮ ਦੇ ਰਿਜ਼ਲਟ ਆਣੇ ਹੁੰਦੇ ਆ, ਤੁਸੀਂ ਥੋੜੇ ਨਰਵਸ ਫੀਲ ਹੁੰਦੇ ਹੋ, ਹੁੰਦਾ ਹੀ ਹੈ, ਹਮੇਸ਼ਾ ਹੁੰਦਾ ਫਰਾਈਡੇ, Okay. ਐਵਰੀ ਫਰਾਈਡੇ, ਐਵਰੀ ਰਿਲੀਜ਼। You feel like that? ਬਟ ਉਸ ਤੋਂ ਬਾਅਦ ਆਈ ਥਿੰਕ ਤੁਹਾਨੂੰ ਪਤਾ ਤੁਸੀਂ ਕ੍ਰੈਡੀਬਲ ਫਿਲਮ ਬਣਾਈ ਹੈ, ਉਹਦਾ ਦਿਲ ਸਹੀ ਜਗ੍ਹਾ ਤੇ ਹੈ, ਐਂਡ ਆਈ ਹੋਪ ਪੀਪਲ ਰੈਜ਼ੋਨੇਟ ਵਿਦ ਇਟ। बिल्कुल। एंड व्हाट अबाउट यू एंड्रिया? दिल में धक धक हो रहा है? Of course, it's my first film from the beginning itself till now. It's been very nerve-wracking, but you know, we're all just hoping for the best, and we've all worked very hard for this film. So hopefully, you know, people do resonate with it. Have you ever thought that you will work with Hindi cinema ever? Never, completely out of the blue. But I'm very grateful to have been given the opportunity because this has probably never been done before, with you know people from the northeastern region. So you're going to do more films after this? Hopefully it opens more doors, but yeah, we'll see how it goes. ਆਯੁਸ਼ਮਾਨ, ਜਿਵੇਂ ਤੁਹਾਡੀ ਕੋਈ ਫਿਲਮ ਰਿਲੀਜ਼ ਹੁੰਦੀ ਹੈ, ਜਿਵੇਂ ਕਿ ਹੁਣ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ ਔਰ ਫੈਨਸ ਵੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ, ਇੱਕ ਫਿਲਮ ਰਿਲੀਜ਼ ਹੋਣ ਤੋਂ ਬਾਅਦ ਫੈਨਸ ਹੋਰ ਕਿਊਰੀਅਸ ਹੋ ਜਾਂਦੇ ਨੇ ਕਿ ਆਯੁਸ਼ਮਾਨ ਅਗਲਾ ਕੀ ਕੁਝ ਡਿਫਰੈਂਟ ਲੈ ਕੇ ਆਣਗੇ। ਹਾਂਜੀ, ਮਾਈ ਨੈਕਸਟ ਪ੍ਰੋਜੈਕਟ ਜਿਹੜਾ ਹੈਗਾ ਉਹ ਅਨੁਭੂਤੀ ਕਸ਼ਯਪ ਨਾਲ ਹੈ। Okay. ਫਿਲਮ ਦਾ ਨਾਮ ਹੈ ਡਾਕਟਰ ਜੀ। Okay. ਮੈਂ ਪਲੇ ਕਰ ਰਿਹਾ ਇੱਕ ਮੇਲ ਗਾਇਨੋਕੋਲੋਜਿਸਟ ਉਸ Okay. ਫਿਲਮ 'ਚ। ਹਾਂਜੀ ਹਾਂਜੀ, Play ਕਰ ਰਹੇ ਤੁਸੀਂ? ਮੇਲ ਗਾਇਨੋਕੋਲੋਜਿਸਟ। gynecologist, ਹਾਂਜੀ okay, ਹਾਂਜੀ। okay. ਉਸ ਤੋਂ ਬਾਅਦ ਮੇਰੀ ਫਿਲਮ ਆ ਰਹੀ ਹੈ ਐਕਸ਼ਨ ਹੀਰੋ Okay. ਵਿਦ ਅਨਿਰੁੱਧ ਅਈਅਰ। Okay. ਉਹ ਦਸੰਬਰ 2 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ Okay. ਇਸੀ ਸਾਲ। ਸੋ ਫੈਨਸ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੀ ਬਹੁਤ ਸਾਰੀ ਫਿਲਮਾਂ ਜੋ ਇਸ ਸਾਲ ਆਉਣਗੀਆਂ ਔਰ ਐਂਡਰੀਆ ਨੇ ਜਿਵੇਂ ਕਿ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਫਿਲਮਾਂ ਕਰ ਸਕਦੇ ਹੋ ਹਿੰਦੀ ਸਿਨੇਮਾ 'ਚ। ਪੰਜਾਬੀ ਦੀ ਅਸੀਂ ਗੱਲ ਕਰ ਰਹੇ ਸੀ, ਪੰਜਾਬੀ ਫੂਡ ਆਯੁਸ਼ਮਾਨ ਦਾ ਕਿਹੜਾ ਫੇਵਰੇਟ? ਮੈਨੂੰ ਰਾਜਮਾ ਚਾਵਲ ਤੇ ਚਿਕਨ ਕਰੀ ਪਸੰਦ ਹੈ। Okay, and Andrea, what about you? Have you ever tasted Rajma, Punjabi? I love rajma. That's like really top list rajma. Okay, so ਆਯੁਸ਼ਮਾਨ, ਹੁਣ ਜਿਸ ਤਰੀਕੇ ਦੇ ਨਾਲ ਤੁਹਾਡੀ ਆਉਣ ਵਾਲੀ ਫਿਲਮਾਂ ਨੇ, ਸੋ ਕਿਹਾ ਜਾ ਸਕਦਾ ਹੈ ਕਿ ਉਹ ਫਿਲਮਾਂ ਵੀ ਕਾਫੀ ਲੀਕ ਤੋਂ ਹਟ ਕੇ ਹੋਣਗੀਆਂ? ਆਫ ਕੋਰਸ ਡਾਕਟਰ ਜੀ ਸੋਸ਼ਲ ਕਾਮੇਡੀ ਹੈ, Okay. ਮੈਸੇਜ ਹੈਗਾ, ਬਟ ਐਕਚੁਅਲੀ ਉਹ ਕੰਪਲੀਟ ਕਮਰਸ਼ੀਅਲ ਫਿਲਮ ਹੈ, ਕੋਈ ਮੈਸੇਜ ਨਹੀਂ ਹੈ, ਬਸ ਐਂਟਰਟੇਨਮੈਂਟ ਹੈ। Entertainment. Okay, so world wide ਪੰਜਾਬੀ ਲੋਕ ਤੁਹਾਨੂੰ ਦੇਖ ਰਹੇ ਨੇ, ਪੂਰਾ ਵਰਲਡ ਤੁਹਾਨੂੰ ਦੇਖ ਰਿਹਾ ਹੈ ਔਰ ਜਾਂਦੇ ਜਾਂਦੇ ਹਰ ਇੱਕ ਪੰਜਾਬੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸਾਰੇ ਪੰਜਾਬੀਆਂ ਨੂੰ ਪਹਿਲੇ ਤਾਂ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੀ ਫਿਲਮ ਅਨੇਕ ਵੇਖੋ ਔਨ 27th of May ਇਨ ਅ ਥੀਏਟਰ ਨੀਅਰ ਯੂ। ਇਹ ਫਿਲਮ ਇਨਕਲੂਸਿਵਿਟੀ ਦੀ ਗੱਲ ਕਰਦੀ ਹੈ, ਤੇ ਇਹ ਤੁਹਾਨੂੰ ਇੱਕ ਬੈਟਰ ਹਿਊਮਨ ਬੀਇੰਗ ਬਣਾਉਗੀ ਫॉर ਸ਼ੋਰ। ਜਦ ਤੁਸੀਂ ਥੀਏਟਰ ਤੋਂ ਬਾਹਰ ਆਓਗੇ ਤੁਹਾਨੂੰ ਲੱਗੇਗਾ ਕਿ ਦੇयर इज अ ਸਲਾਈਟ ਚੇਂਜ ਇਨ ਯੋਰ ਹਾਰਟ ਐਂਡ ਦ ਵੇ ਯੂ ਪਰਸੀਵ ਇੰਡੀਆ। ਬਿਲਕੁਲ। And what about you, Andrea? What message would you like to give to Punjabi audience? I hope that everyone watches the film and finds it an entertaining watch. And besides that, I hope that you kind of take it upon yourself to educate yourself and sensitize yourself with the issues regarding the northeastern region. And yeah, I hope you like the film. ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਤੁਹਾਡਾ ਦੋਵਾਂ ਦਾ ਪਹਿਲਾਂ ਤਾਂ ਮਿਲ ਕੇ ਬਹੁਤ ਬਹੁਤ ਚੰਗਾ ਲੱਗਿਆ ਔਰ ਉਮੀਦ ਕਰਦੇ ਹਾਂ ਕਿ ਜੋ ਮੈਸੇਜ ਤੁਸੀਂ ਇਸ ਫਿਲਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਉਹ ਜ਼ਰੂਰ ਪਹੁੰਚ ਸਕੇ ਔਰ ਲੋਕ ਘੁੰਮਾ ਕੇ ਸਿਨੇਮਾ ਘਰਾਂ 'ਚ ਫਿਲਮ ਦੇਖਣ ਦੇ ਲਈ ਪਹੁੰਚਣ। ਵਿਸ਼ ਯੂ ਆਲ ਦ ਵੈਰੀ ਬੈਸਟ ਫॉर ਦਿਸ ਮੂਵੀ ਐਂਡ ਆਈ ਹੋਪ ਕਿ ਤੁਹਾਡੀ ਹਰ ਫਿਲਮ ਵਾਂਗ ਇਹ ਵੀ ਸੁਪਰ ਡੁਪਰ ਹਿੱਟ ਸਾਬਿਤ ਹੋਏ। ਥੈਂਕ ਯੂ ਸੋ ਮਚ। Thank you so much. Thank you.